ਬਿਸਮਿਲ੍ਲਾ ਰਹਿਮਾਨ ਰਹੀਮ। ਦੋਸਤੋ, ਲਾਹੌਰ ਦੇ ਵਿੱਚ ਕੁਝ ਵਾਕਿਆਤ ਹੋਏ ਔਰ ਉਹ ਵਾਕਿਆਤ ਦਾ ਅਸਰ ਕੌਮੀ ਸਤ੍ਹਾ ਦੇ ਉੱਤੇ ਮਹਿਸੂਸ ਕੀਤਾ ਜਾ ਰਿਹਾ। ਇਹ ਸਿਕਿਉਰਿਟੀ ਇਦਾਰੇ ਔਰ ਪੁਲਿਸ ਖਾਸ ਤੌਰ ਤੇ ਜਿਹੜੀ ਹੈ ਉਹ ਫਿਕਰਮੰਦ ਇਹਨਾਂ ਵਾਕਿਆਤ ਤੋਂ ਬਾਅਦ ਹੋਈ। ਔਰ ਇਹਨਾਂ ਵਾਕਿਆਤ ਦੇ ਵਿੱਚ ਕੀ ਹੋਇਆ, ਕਿਹੜੇ ਲੋਕ ਇਨਵਾਲਵ ਨੇ ਔਰ ਕਿਹੜੇ ਨਿਸ਼ਾਨਾ ਬਣ ਰਹੇ ਨੇ, ਅਸੀਂ ਇਹਦੇ ਸਾਰੇ ਤੇ ਗੱਲ ਕਰਾਂਗੇ। ਔਰ ਇਹਦਾ ਇੰਪੈਕਟ ਕੀ ਪਏਗਾ ਲੋਕਾਂ ਦੇ ਵਿੱਚ, ਜਿਹੜਾ ਇਹ ਖੌਫ ਪੈਦਾ ਹੋਇਆ ਇਹ ਕਿਸ ਤਰ੍ਹਾਂ ਦੂਰ ਕੀਤਾ ਜਾ ਸਕਦਾ ਹੈ। ਕੁਝ ਅਸੀਂ ਇਹ ਵੀ ਇਹਦੇ ਉੱਤੇ ਵੀ ਗੱਲ ਕਰਾਂਗੇ। ਤੇ ਗੱਲ ਦਾ ਆਗਾਜ਼ ਇੰਝ ਕਰਨੀ ਹੈ ਕਿ ਜੁਮੇਰਾਤ ਦੇ ਦਿਨ ਲਾਹੌਰ ਦੇ ਵਿੱਚ ਇਸ ਤਰ੍ਹਾਂ ਹੋਇਆ ਕਿ ਇੱਕ ਕਨਸਟੇਬਲ ਸੀ, ਉਹ ਟਕਸਾਲੀ ਦਾ ਇਲਾਕਾ ਜਿਹੜਾ ਅੰਦਰੂਨ ਲਾਹੌਰ ਦਾ ਉਹਦੇ ਕਰੀਬ ਗੁਜ਼ਰ ਰਿਹਾ ਸੀ। ਤੇ ਇਹ ਉਹ ਕਨਸਟੇਬਲ ਸੀ ਜਿਹੜਾ ਅਦਾਲਤੀ ਮਾਮਲਾ ਜੋ ਥਾਣਿਆਂ ਵੱਲੋਂ ਪੇਸ਼ ਹੁੰਦਾ। ਤੇ ਇੱਕ ਮੋਟਰਸਾਈਕਲ ਸਵਾਰ ਆਇਆ, ਉਹਨੇ ਉਹਦੇ ਉੱਤੇ ਫਾਇਰ ਕਰ ਦਿੱਤਾ। ਉਹ ਮੌਕੇ ਤੇ ਮਰ ਗਿਆ। ਉਹ ਮਰਿਆ ਤੇ ਪੁਲਿਸ ਦੇ ਵਿੱਚ ਇੱਕ ਤਸ਼ਵੀਸ਼ ਦੀ ਲਹਿਰ ਪੈਦਾ ਹੋ ਗਈ। ਔਰ ਉਹ ਲਹਿਰ ਇਸ ਵਾਸਤੇ ਪੈਦਾ ਹੋਈ ਕਿ ਚੰਦ ਦਿਨ ਪਹਿਲੇ 5 ਅਪ੍ਰੈਲ ਨੂੰ ਇਸੇ ਤਰ੍ਹਾਂ ਦੀ ਇੱਕ ਹੋਰ ਵਾਕਿਆ ਹੋਇਆ ਸੀ। ਇੱਕ ਕਾਂਸਟੇਬਲ ਸੀ ਮੁਹੰਮਦ ਅਲੀ, ਉਹ ਗੁਲਬਹਾਰ ਟਾਊਨ ਹੈ ਵਾਗਾ, ਉੱਥੇ ਉਜਾਰਿਆ ਸੀ ਤੇ ਇੰਜ ਹੀ ਕਿਸੇ ਨੇ ਉਹਨੂੰ ਮਾਰ ਦਿੱਤਾ। ਤੇ ਇਹਦੇ ਤੋਂ ਚੰਦ ਦਿਨ ਪਹਿਲੇ ਇੱਕ ਹੋਰ ਵਾਕਿਆ ਹੋਇਆ ਕਿ ਇੱਕ ਸਬ ਇੰਸਪੈਕਟਰ ਸੀ, ਉਹ ਮਿਸਰੀ ਸ਼ਾਹ ਦੇ ਇਲਾਕੇ ਦੇ ਕਰੀਬ ਇਨਵੈਸਟੀਗੇਸ਼ਨ ਵਿੰਗ ਦਾ ਹੈਗਾ ਸੀ। ਤੇ ਇਸੇ ਤਰ੍ਹਾਂ ਮੋਟਰਸਾਈਕਲ ਸਵਾਰ ਆਏ ਤੇ ਉਹਨੂੰ ਗੋਲੀਆਂ ਮਾਰ ਦਿੱਤੀਆਂ, ਉਹ ਵੀ ਮਰ ਗਿਆ। ਇਹ ਤਿੰਨ ਵਾਕਿਆਤ ਜਿਹੜੇ ਨੇ ਇਹ ਲਗਭਗ ਕੋਈ ਇੱਕ ਹਫ਼ਤੇ ਦੇ ਟਾਈਮ ਦੇ ਵਿੱਚ ਹੋਏ ਨੇ। ਔਰ ਇਸ ਵਾਸਤੇ ਤਸ਼ਵੀਸ਼ ਦੀ ਗੱਲ ਹੈ ਕਿ ਇਹਨਾਂ ਤਿੰਨੇ ਵਾਕਿਆਤ ਦੇ ਵਿੱਚ ਜਿਹੜੀ ਟਾਰਗੇਟ ਕੀਤਾ ਗਿਆ ਹੈ ਉਹ ਪੰਜਾਬ ਪੁਲਿਸ ਦੇ ਜਿਹੜੇ ਅਹਿਲਕਾਰ ਨੇ ਉਹਨਾਂ ਨੂੰ ਕੀਤਾ ਗਿਆ। ਅਸੂਲੀ ਤੌਰ ਤੇ ਜਿਹੜੇ ਮਾਮਲਾਤ ਹੈਗੇ ਨੇ ਉਹ ਤਾਂ ਦੂਰ ਅੰਦੇਸ਼ ਲੋਕ ਵੇਖਦੇ ਨੇ ਕਿ ਇਸ ਤਰ੍ਹਾਂ ਦੇ ਵਾਕਿਆਤ ਨਾ ਹੋਣ ਔਰ ਇਹਦੇ ਅਸਬਾਬ ਪੈਦਾ ਨਾ ਕੀਤੇ ਜਾਣ। ਲੇਕਿਨ ਸਾਡੇ ਹਾਂ ਕਿਉਂਕਿ ਇੰਨੀ ਦੂਰ ਤੱਕ ਵੇਖਣ ਵਾਲੇ ਲੋਕ ਨਹੀਂ ਹੈਗੇ, ਤੇ ਮੈਂ ਅੱਜ ਦੀ ਗੁਫ਼ਤਗੂ ਦੇ ਵਿੱਚ ਕੋਈ ਇਸ਼ਾਰੇ ਕਰ ਦੇਵਾਂਗਾ ਕਿ ਇਹ ਇਦਾਰੇ ਜਿਹੜੇ ਨੇ ਉਹਨਾਂ ਤੋਂ ਅਗਰ ਫਾਇਦਾ ਚੁੱਕਣਾ ਚਾਹਣ, ਰਹਿਨਮਾਈ ਲੈਣਾ ਚਾਹਣ ਤੇ ਵਿਲੀਨਾ, ਜਾਂ ਜਿਹੜੇ ਅਹਿਲਕਾਰ ਨੇ, ਗੱਲ ਇਹ ਕਿ ਇਹਦੀ ਜ਼ਿੰਮੇਦਾਰੀ ਲਈ TTP ਦੇ ਖੁਰਸਾਨੀ ਗਰੁੱਪ ਨੇ। ਇਹ ਤਹਿਰੀਕੇ ਤਾਲਿਬਾਨ ਪਾਕਿਸਤਾਨ ਇੱਕ ਦਹਿਸ਼ਤਗਰਦ ਤੰਜ਼ੀਮ, ਉਹਨੇ ਜ਼ਿੰਮੇਦਾਰੀ ਚੁੱਕੀ ਔਰ ਉਹਨੇ ਕਿਹਾ ਜੀ ਕਿ ਸਾਡੇ ਮੁਜਾਹਿਦੀਨ ਨੇ ਇਹ ਕੰਮ ਕੀਤਾ। ਔਰ ਪੁਲਿਸ ਨੇ ਫੌਰੀ ਤੌਰ ਤੇ ਜਿਹੜਾ ਗੁਲਾਮ ਰਸੂਲ ਦਾ ਕਾਤਲ ਹੈ ਉਹਨੂੰ ਟਰੇਸ ਵੀ ਕੀਤਾ। ਔਰ ਉਹ ਟਰੇਸ ਕਰਨ ਦੇ ਤਰੀਕਾ ਇਹ ਸੀ ਕਿ ਪੁਲਿਸ ਨੇ ਸ਼ਹਿਰ ਦੇ ਸਾਰੇ ਜਿਹੜੇ ਕੈਮਰੇ ਲੱਗੇ ਸਨ ਉਹਨਾਂ ਨੂੰ ਚੈੱਕ ਕੀਤਾ। ਪਹਿਲੇ ਤਾਂ ਉਸ ਜਗ੍ਹਾ ਤੇ ਜਿੱਥੇ ਉਹਨੇ ਗੁਲਾਮ ਰਸੂਲ ਨੂੰ ਗੋਲੀ ਮਾਰੀ ਉੱਥੇ ਵੇਖਿਆ ਕਿ ਹੈਲਮਟ ਉਹਨੇ ਪਾਇਆ ਤੇ ਗਲਵਜ਼ ਪਾਏ ਨੇ। ਤੇ ਉਹ ਕਿਸ ਤਰ੍ਹਾਂ ਦਾ ਹੈਲਮਟ, ਕਿਸ ਤਰ੍ਹਾਂ ਦੇ ਗਲਵਜ਼, ਕਿਸ ਤਰ੍ਹਾਂ ਦੀ ਮੋਟਰਸਾਈਕਲ, ਇਹ ਪੁਲਿਸ ਨੇ ਵੇਖ ਲਿਆ। ਫਿਰ ਉਹਨਾਂ ਨੇ ਕਿਹਾ ਕਿ ਇਸੇ ਟਾਈਮ ਸ਼ਹਿਰ ਦੇ ਵਿੱਚ ਹੋਰ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚੋਂ ਇਹੋ ਮੋਟਰਸਾਈਕਲ ਇਸ ਤਰ੍ਹਾਂ ਦੇ ਹੁਲੀਏ ਦੇ ਬੰਦਾ ਗੁਜ਼ਰਿਆ। ਉਹਨਾਂ ਟਰੇਸ ਕੀਤਾ, ਇੱਕ ਉਹਨਾਂ ਨੂੰ ਟਰੇਸਿੰਗ ਮਿਲੀ ਗੁਲਬਰਗ। ਫਿਰ ਉਹਨਾਂ ਨੇ ਮੁਖਤਲਿਫ ਸ਼ਹਿਰ ਦੀਆਂ ਸੜਕਾਂ ਦੇ ਉੱਤੇ ਵੇਖਿਆ ਔਰ ਉਹਨਾਂ ਨੂੰ ਫਿਰ ਲੱਗਾ ਕਿ ਭਗਵਾਨਪੁਰੇ ਦੇ ਕੋਲ ਜਾ ਕੇ ਤੇ ਉਹ ਬੰਦਾ ਜਿਹੜਾ ਉਹ ਗਾਇਬ ਹੋ ਗਿਆ। ਤੇ ਪੁਲਿਸ ਨੇ ਫਿਰ ਉਹ ਸਾਰੇ ਇਲਾਕੇ ਨੂੰ ਘੇਰਾ ਪਾਇਆ, ਆਪਣੇ ਤਰੀਕੇ ਦੇ ਨਾਲ ਉਹਨਾਂ ਨੇ ਕੋਸ਼ਿਸ਼ ਕੀਤੀ ਲੱਭਣ ਦੀ ਤੇ ਬੰਦਾ ਲੱਭ ਲਿਆ। ਔਰ ਉਹਦੇ ਬਾਰੇ ਦੱਸਿਆ ਗਿਆ ਕਿ TTP ਦਾ ਉਹ ਬੜਾ ਐਕਟਿਵ ਕਾਰਕੁਨ ਹੈ ਤੇ ਅਫਗਾਨਿਸਤਾਨ ਦੇ ਵਿੱਚ ਵੀ ਉਹਨੇ ਟ੍ਰੇਨਿੰਗ ਲੈ ਕੇ ਆਇਆ ਵੇ। ਤੇ ਇੱਥੇ ਉਹਨਾਂ ਨੇ ਪੁਲਿਸ ਦੇ ਅਹਿਲਕਾਰ ਜਿਹੜੇ ਨੇ ਉਹਨਾਂ ਨੂੰ ਟਾਰਗੇਟ ਕਰਕੇ ਲੋਕਾਂ ਦੇ ਵਿੱਚ, ਆਮ ਲੋਕਾਂ ਦੇ ਵਿੱਚ ਖੌਫੋ ਹਰਾਸ ਫੈਲਾਉਣ ਦੀ ਕੋਸ਼ਿਸ਼ ਕੀਤੀ। ਯਾਦ ਰੱਖੋ TTP ਉਹ ਗਰੁੱਪ ਹੈ ਜਿਹਨੇ ਕਈ ਸਾਲ ਪਹਿਲੇ ਲਾਹੌਰ ਦੇ ਵਿੱਚ ਮਸੀਹੀਆਂ ਦੇ ਇੱਕ ਇਜਤਮਾ ਤੇ ਹਮਲਾ ਕੀਤਾ ਸੀ ਤੇ 75 ਦੇ ਕਰੀਬ ਉਹਦੇ ਚ ਲੋਕ ਮਾਰੇ ਗਏ। ਇਸ ਤੋਂ ਇਲਾਵਾ ਵੀ ਲਾਹੌਰ ਦੇ ਵਿੱਚ ਔਰ ਪਾਕਿਸਤਾਨ ਦੇ ਮੁਖਤਲਿਫ ਜਗ੍ਹਾ ਜਿਹੜੀਆਂ ਨੇ ਉੱਥੇ TTP ਹਮਲੇ ਬੜੇ ਫੈਟਲ ਕਿਸਮ ਦੇ ਉਹ ਕਰਦੀ ਰਹੀ। ਇਹ ਲਾਹੌਰ ਦੇ ਵਿੱਚ ਜਿਹੜਾ ਬੰਦਾ ਜਾਂ ਜਿਹੜੇ ਗਰੁੱਪ ਕਹਿ ਲਓ ਹਮਲਾ ਕਰ ਰਹੇ ਨੇ, ਪੁਲਿਸ ਆਪਣੇ ਤੌਰ ਤੇ ਅੰਦਾਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਕਿ ਇਹ ਕੀ ਹੋ ਸਕਦੇ ਨੇ ਔਰ ਕੀ ਇਹ ਜਿਹੜਾ ਬੰਦਾ ਫੜਿਆ ਗਿਆ ਇਹਨੇ ਸਾਰੇ ਹਮਲੇ ਕੀਤੇ ਨੇ ਜਾਂ ਸ਼ਨਾਖਤ ਜਿਹੜਾ ਹੋਇਆ, ਜਾਂ ਫਿਰ ਇਹ ਮੁਖਤਲਿਫ ਲੋਕ ਨੇ, ਮੁਖਤਲਿਫ ਲੋਕਾਂ ਨੇ ਕਾਰਵਾਈ ਕੀਤੀ,
ਫਿਰ ਇੱਕ ਇਹ ਵੀ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਕਿਤੇ ਇਸ ਤਰ੍ਹਾਂ ਤਾਂ ਨਹੀਂ ਹੈਗਾ ਕਿ ਇਹ ਕੋਈ ਨਫਸਿਆਤੀ ਮਰੀਜ਼ ਹੋਵੇ ਤੇ ਉਹ ਸੀਰੀਅਲ ਕਿਲਰ ਟਾਈਪ ਦੇ ਜਿਹੜੇ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਕਿਸੇ ਚੀਜ਼ ਤੋਂ, ਕਿਸੇ ਬੰਦੇ ਤੋਂ, ਕਿਸੇ ਖਾਸ ਗਰੁੱਪ ਤੋਂ ਨਫ਼ਰਤ ਹੋ ਜਾਂਦੀ ਤੇ ਉਹ ਫਿਰ ਉਹਨੂੰ ਮਿਟਾਉਣ ਵਾਸਤੇ ਮਾਰਨ ਤੇ ਤੁੱਲ ਜਾਂਦੇ। ਤੇ ਕੀ ਇੰਝ ਦਾ ਤਾਂ ਨਹੀਂ ਕੋਈ ਹੋਏਗਾ? ਇੱਕ ਇਹ ਵੀ ਅੰਦਾਜ਼ਾ ਕੀਤਾ ਜਾ ਰਿਹਾ ਹੈ ਕਿ ਇਹ ਕੋਈ ਦਹਿਸ਼ਤਗਰਦ, ਜਿਵੇਂ ਪਹਿਲੇ TTP ਵਾਲਾ ਰੈਫਰੈਂਸ ਆਇਆ ਕਿ ਦਹਿਸ਼ਤਗਰਦ ਤੰਜ਼ੀਮ ਦੇ ਨਾਲ ਤੇ ਸਭ ਨਾਲੋਂ ਜਿਹੜਾ ਮੇਰੇ ਨਜ਼ਦੀਕ ਤਸ਼ਵੀਸ਼ਨਾਕ ਇੱਕ ਸੋਚਣ ਦਾ ਹਵਾਲਾ ਹੈ ਉਹ ਇਹ ਵੀ ਕਿ ਕਿਤੇ ਇਹ ਕੋਈ ਐਸਾ ਬੰਦਾ ਤਾਂ ਨਹੀਂ ਹੈਗਾ ਜਿਹਦੇ ਖਾਨਦਾਨ ਨੂੰ ਪੁਲਿਸ ਦੀ ਬਦਸਲੂਕੀ ਦਾ ਸ਼ਿਕਾਰ ਹੋਣਾ ਪਿਆ ਕਿਸੇ ਮੌਕੇ ਵਿੱਚ, ਕਿਸੇ ਸਿਆਸੀ ਮੁਖਾਲਫਤ ਦੀ ਬਣਾ। ਸਾਡੇ ਹਾਂ ਪੁਲਿਸ ਤੋਂ ਲੋਕਾਂ ਨੂੰ ਕਾਫੀ ਸ਼ਿਕਾਇਤ ਹੈ ਔਰ ਖਾਸ ਤੌਰ ਤੇ ਪਿਛਲੇ 2 ਸਾਲਾਂ ਦੇ ਵਿੱਚ ਪੁਲਿਸ ਨੇ ਸਿਆਸੀ ਕਾਰਕੁਨਾਂ ਦੇ ਉੱਤੇ ਜਿਹੜੀ ਰੇਡ ਕੀਤੀ ਹੈ ਇਹਦਾ ਆਮ ਪਬਲਿਕ ਦੇ ਵਿੱਚ ਵੀ ਉਹਨਾਂ ਦਾ ਇਮੇਜ ਪੁਲਿਸ ਦਾ ਬਹੁਤ ਖਰਾਬ ਹੋਇਆ। ਔਰ ਇਹ ਅੰਦਾਜ਼ਾ ਕਰਨਾ ਚਾਹੀਦਾ ਹੈ ਪੁਲਿਸ ਨੂੰ, ਖੁਦ ਪੁਲਿਸ ਦੇ ਜ਼ਿੰਮੇਦਾਰ ਲੋਕਾਂ ਨੂੰ, ਕਿ ਕਿਤੇ ਐਸਾ ਤਾਂ ਨਹੀਂ ਹੈਗਾ। ਤੇ ਇਹ ਵੀ ਇੱਕ ਐਂਗਲ ਜਿਹੜਾ ਇਹਦੇ ਉੱਤੇ ਵੀ ਸੋਚਿਆ ਜਾ ਰਿਹਾ। ਫਿਰ ਇਹ ਵੀ ਇਹ ਗੱਲ ਕਿ ਅਗਰ ਐਸਾ ਮਸਲਾ ਬਣ ਜਾਂਦਾ ਤੇ ਫਿਰ ਪੁਲਿਸ ਕੋਲ ਅਪਾਹ ਕਰਨ ਦੇ, ਆਪਣੇ ਬੰਦਿਆਂ ਨੂੰ ਬਚਾਉਣ ਦੇ ਕੀ ਹੈਗੇ ਨੇ ਹੀਲੇ। ਤੇ ਪੁਲਿਸ ਹੁਕਾਮ ਨੇ ਫੌਰੀ ਤੌਰ ਤੇ ਜਿਹੜਾ ਕੰਮ ਕੀਤਾ ਉਹਨਾਂ ਨੇ ਉਹਨਾਂ ਲੋਕਾਂ ਨੂੰ ਜਿਹੜੇ ਸ਼ਹਿਰ ਦੇ ਦਾਖਲੀ ਤੇ ਖਾਰਜੀ ਰਾਸਤਿਆਂ ਦੇ ਉੱਤੇ ਨਾਕੇ ਲਾ ਕੇ ਤਾਇਨਾਤ ਨੇ ਪੁਲਿਸ ਅਹਿਲਕਾਰ, ਉਹਨਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਬੁਲਟ ਪ੍ਰੂਫ ਜੈਕਟਾਂ ਪਾਉਣ, ਆਪਣੀ ਹਿਫਾਜ਼ਤ ਕਰਨ ਔਰ ਜ਼ਿਆਦਾ ਚੌਕਸ ਹੋ ਕੇ ਬਾਕੀ ਵੀ ਜਿਹੜੇ ਸਿਕਿਉਰਿਟੀ ਦੇ ਇੰਤਜ਼ਾਮਾਤ ਜਿਨ੍ਹਾਂ ਨਾਲ ਉਹਨਾਂ ਦੀ ਜਾਨ ਬਚ ਸਕਦੀ ਹੈ ਜਾਂ ਹਿਫਾਜ਼ਤ ਯਕੀਨੀ ਹੋ ਸਕਦੀ ਉਹ ਵੀ ਉਹਨਾਂ ਨੇ ਆਰਡਰ ਕੀਤੇ। ਕੁਝ ਗੱਲਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦੱਸਣ ਦੇ, ਕੁਝ ਨਹੀਂ ਦੱਸ ਸਕਦੇ, ਜ਼ਾਹਿਰ ਉਹਨਾਂ ਦਾ ਤਲਕ ਸਿਕਿਉਰਿਟੀ ਦੇ ਨਾਲ। ਤੇ ਇਹ ਜਨਾਬ ਵਾਕਿਆ ਹੈ। ਇਹ ਸਿਰਫ ਮੈਨੂੰ ਹੈਰਤ ਇਹ ਹੋਣ ਰਹੀ ਹੈ ਕਿ ਸਾਡੇ ਕਾਫੀ ਸਾਰੇ ਐਸੇ ਇਦਾਰੇ ਨੇ ਜਿਨ੍ਹਾਂ ਦਾ ਕੰਮ ਹੀ ਇਹ ਵੇ ਕਿ ਦਹਿਸ਼ਤਗਰਦਾਂ ਤੇ ਨਜ਼ਰ ਰੱਖਣੀ ਜਾਂ ਸਮਾਜ ਦੇ ਅੰਦਰ ਕੋਈ ਮੁਲਕ ਦੁਸ਼ਮਣ ਅਨਾਸਰ ਕਿਤੇ ਪਨਪ ਰਹੇ ਹੋਣ ਤੇ ਉਹਨਾਂ ਤੇ ਨਜ਼ਰ ਰੱਖਣੀ, ਉਹਨਾਂ ਦੀ ਇੰਟੈਲੀਜੈਂਸ ਵੇਖਣੀ ਔਰ ਅਗਰ ਕਿਤੇ ਐਸਾ ਉਹਨਾਂ ਨੂੰ ਸ਼ੁਭਾ ਪੈਂਦਾ ਹੋਵੇ ਤੇ ਫਿਰ ਉਹਦੇ ਖਿਲਾਫ ਕਾਰਵਾਈ ਕਰਨੀ। ਤੇ ਸ਼ਾਇਦ ਇਧਰੋਂ ਕੋਈ ਕੁਤਾਹੀ ਹੋਈ, ਜਿਹੜੇ ਕਾਨੂੰਨ ਨਾਫਜ਼ ਕਰਨ ਵਾਲੇ ਇਦਾਰੇ ਨੇ ਉਹ ਕੋਈ ਹੋਰ ਕੰਮ ਕਰਨ ਡਏ ਨੇ ਤੇ ਜਿਹੜਾ ਉਹਨਾਂ ਦਾ ਅਸਲ ਕੰਮ ਸੀ ਜਦੋਂ ਉਹ ਨਹੀਂ ਹੋਇਆ ਤੇ ਫਿਰ ਇਸ ਤਰ੍ਹਾਂ ਦੇ ਗਰੁੱਪ ਜਿਹੜੇ ਨੇ ਉਹ ਐਕਟਿਵ ਹੋ ਗਏ। ਲਾਹੌਰ ਵਰਗਾ ਸ਼ਹਿਰ ਜਿੱਥੇ ਕਾਫੀ ਅਰਸੇ ਤੋਂ ਅਮਨ ਹੈਗਾ ਸੀ ਔਰ ਦਹਿਸ਼ਤਗਰਦੀ ਦੀਆਂ ਜਿਹੜੀਆਂ ਵਾਰਦਾਤਾਂ ਨੇ ਉਹ ਨਹੀਂ ਹੋ ਰਹੀਆਂ ਸੀ, ਉੱਥੇ ਇਹਨਾਂ ਵਾਰਦਾਤਾਂ ਦਾ ਹੋਣਾ ਔਰ ਮੁਨਜ਼ਮ ਅੰਦਾਜ਼ ਦੇ ਨਾਲ ਫਿਰ ਪੁਲਿਸ ਨੂੰ ਟਾਰਗੇਟ ਕਰਨਾ। ਜ਼ਾਹਿਰ ਹੈ ਪੁਲਿਸ ਜਦੋਂ ਟਾਰਗੇਟ ਹੁੰਦੀ ਤੇ ਇੱਕ ਆਮ ਬੰਦਾ ਜਿਹੜਾ ਆਪਣੇ ਆਪ ਨੂੰ ਬੇਬਸ ਔਰ ਖੌਫਜ਼ਦਾ ਮਹਿਸੂਸ ਕਰਨ ਲੱਗ ਪੈਂਦਾ ਹੈ ਔਰ ਇਹ ਹੀ ਦਹਿਸ਼ਤਗਰਦਾਂ ਦਾ ਮਕਸਦ ਹੁੰਦਾ। ਤੇ ਦਹਿਸ਼ਤਗਰਦ ਆਪਣੇ ਮਕਸਦ ਦੇ ਵਿੱਚ ਕਾਮਯਾਬ ਨਾ ਹੋਣ ਇਸ ਵਾਸਤੇ ਪਹਿਲੀ ਤਾਂ ਗੱਲ ਹੈ ਕਿ ਪੁਲਿਸ ਜਿਹੜੀ ਉਹ ਆਪਣੇ ਲੋਕਾਂ ਨੂੰ, ਅਹਿਲਕਾਰਾਂ ਨੂੰ ਮਹਿਫੂਜ਼ ਬਣਾਉਣ ਦਾ ਇੰਤਜ਼ਾਮ ਕਰੇ। ਦੂਸਰਾ ਇਹ ਵੇ ਕਿ ਜਿਹੜੇ ਜਿਹੜੇ ਇਸ ਤਰ੍ਹਾਂ ਦੇ ਲੋਕ ਹੈ ਨੇ ਜਿਨ੍ਹਾਂ ਦਾ ਰਿਕਾਰਡ ਇਸ ਕਿਸਮ ਦਾ ਹੈਗਾ ਵੇ ਪੁਲਿਸ ਦੇ ਉੱਤੇ ਅਟੈਕ ਕਰਨ ਦਾ, ਉਹ ਉਹਨਾਂ ਦੀ ਜ਼ਰਾ ਛਾਨਬੀਨ ਕੀਤੀ ਜਾਵੇ, ਉਹਨਾਂ ਦੀ ਖਬਰ ਰੱਖੀ ਜਾਵੇ। ਔਰ ਤੀਸਰਾ ਇਹ ਕਿ ਲੋਕਾਂ ਦੇ ਵਿੱਚ ਪੁਲਿਸ ਦੇ ਦੋਸਤਾਨਾ ਰਵੱਈਏ ਦਾ ਇੱਕ ਮੇਰਾ ਖਿਆਲ ਕੰਪੇਨ ਚੱਲਣ ਦੀ। IG ਸਾਹਿਬ ਬੜੀ ਆਪਣੀ ਵੀਡੀਓਜ਼ ਪਾਉਂਦੇ ਨੇ, ਉਹਨਾਂ ਦੇ ਜਿਹੜੇ DPOs ਨੇ ਉਹ ਵੀ ਉਹਨਾਂ ਦੀ ਹਦਾਇਤ ਦੇ ਮੁਤਾਬਕ ਕਰਦੇ ਨੇ, ਨਿਚਲੀ ਸਤ੍ਹਾ ਦੇ ਜਿਹੜੇ ਅਫਸਰ ਨੇ ਉਹ ਵੀ ਇੰਝ ਪਾਉਂਦੇ ਨੇ। ਲੇਕਿਨ ਹਾਲੇ ਤੱਕ ਇਹਦੇ ਵਿੱਚ ਜਿਹੜਾ ਮਿਸਿੰਗ ਹੈ ਨਾ ਪੁਆਇੰਟ, ਕਿ ਉਹ ਵੀਡੀਓਜ਼ ਆਪਣੀ ਜਗ੍ਹਾ ਤੇ, ਲੇਕਿਨ ਜਿੰਨੀ ਦੇਰ ਤੱਕ ਪੁਲਿਸ ਦਾ ਔਨ ਗਰਾਊਂਡ ਰਵੱਈਆ ਲੋਕਾਂ ਦੇ ਨਾਲ ਦੋਸਤਾਨਾ ਨਹੀਂ ਨਾ ਹੋਵੇਗਾ ਉਨੀ ਦੇਰ ਤੱਕ ਵੀਡੀਓਜ਼, ਇਸ਼ਤਿਹਾਰ ਜਾਂ ਕੰਪੇਨ ਉਹ ਲੋਕਾਂ ਤੋਂ ਕੁਛ ਨਹੀਂ, ਇਮੇਜ ਨਹੀਂ ਬਦਲੇਗੀ ਪੁਲਿਸ ਬਾਰੇ। ਤੇ ਜ਼ਰੂਰਤ ਇਸ ਗੱਲ ਦੀ ਹੈ ਕਿ ਇਹ ਲੋਕਾਂ ਦਾ ਰਵੱਈਆ ਤਬਦੀਲ ਕੀਤਾ ਜਾਵੇ। ਅਸੀਂ ਇਸ ਤੋਂ ਪਹਿਲੇ ਪੁਲਿਸ ਦੇ ਬਾਰੇ ਇੱਕ ਰਵੱਈਆ ਵੇਖ ਬੈਠੇ ਹਾਂ ਬਾਵਲ ਨਗਰ ਵਾਲੇ ਵਾਕਿਏ ਦੇ ਵਿੱਚ, ਜਦੋਂ ਪੁਲਿਸ ਨੂੰ ਉੱਥੇ ਤਸ਼ੱਦਦ ਹੋਇਆ ਪੁਲਿਸ ਅਹਿਲਕਾਰਾਂ ਦੇ, ਇੱਕ ਇਦਾਰੇ ਦੇ ਅਹਿਲਕਾਰਾਂ ਨੇ, ਤੇ ਲੋਕਾਂ ਨੇ ਉਹਦੇ ਉੱਤੇ ਕਿਸ ਤਰ੍ਹਾਂ ਰਿਐਕਟ ਕੀਤਾ। ਤੇ ਇਹ ਵਾਲਾ ਦੂਸਰਾ ਇੱਕ ਰਵੱਈਆ, ਦੋਵਾਂ ਵਾਕਿਆਤ ਦੇ ਵਿੱਚ ਪੁਲਿਸ ਟਾਰਗੇਟ ਹੈ ਔਰ ਪੁਲਿਸ ਸਿਰਫ ਦਹਿਸ਼ਤਗਰਦਾਂ ਦਾ ਟਾਰਗੇਟ ਨਹੀਂ ਹੈਗਾ, ਲੋਕਾਂ ਦੀ ਨਫ਼ਰਤ ਦਾ ਵੀ ਟਾਰਗੇਟ ਹੈਗੀ। ਤੇ ਮੇਰਾ ਖਿਆਲ ਹੈ ਰਿਆਸਤ ਔਰ ਹਕੂਮਤ ਦੋਨਾਂ ਨੂੰ ਇਹਦੇ ਤੇ ਸੋਚਣਾ ਚਾਹੀਦਾ। ਜ਼ਾਹਿਰ ਹੈ ਪੁਲਿਸ ਵੀ ਸਾਡੀ ਫੋਰਸ ਹੈ,
ਸਾਡੀ ਹਿਫਾਜ਼ਤ ਕਰਦੀ ਹੈ। ਤੇ ਇਹ ਜਿਹੜੇ ਨੌਜਵਾਨ ਉਹਦੇ ਮਾਰੇ ਗਏ ਨੇ, ਸ਼ਹੀਦ ਹੋਏ ਨੇ, ਤੇ ਇਹ ਵੀ ਸਾਡੇ ਹੀ ਭਰਾ ਸਨ। ਤੇ ਇਹਨਾਂ ਬਾਰੇ ਵੀ ਸਾਡਾ ਰਵੱਈਆ ਹਮਦਰਦਾਨਾ ਹੋਣਾ ਚਾਹੀਦਾ। ਤੇ ਇਸ ਵਾਸਤੇ ਹਕੂਮਤ ਨੂੰ ਔਰ ਪੁਲਿਸ ਦੇ ਆਲਾ ਹੁਕਾਮ ਇਹ ਚਾਹੀਦਾ ਹੈ ਕਿ ਲੋਕਾਂ ਦੇ ਨਾਲ ਤਲਕ ਆਪਣਾ ਠੀਕ ਕਰਨ, ਲੋਕਾਂ ਨੂੰ ਦੱਸਣ ਕਿ ਅਸੀਂ ਤੁਹਾਡੇ ਵਾਸਤੇ, ਔਰ ਆਪਣੇ ਅਮਲ ਦੇ ਨਾਲ ਦੱਸਣ। ਤੇ ਇਜਾਜ਼ਤ ਦਿਓ, ਫਿਰ ਅਗਲੀ ਵੀਡੀਓ ਦੇ ਨਾਲ ਹਾਜ਼ਰ ਹੋਵਾਂਗੇ। ਜਿਉਂਦੇ ਰਹੋ, ਬਸਦੇ ਰਹੋ।